ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗਗਨਪ੍ਰੀਤ ਸਿੰਘ ਹੈ। ਮੈਂ ਪਿੰਡ ਗੋਬਿੰਦਗੜ੍ਹ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਹਾਂ। ਮੈਂ ਅੱਜ ਆਪ ਜੀ ਨਾਲ ਇਸ ਵੀਡੀਓ ਦੇ ਵਿੱਚ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਨਾਲ ਸੰਬੰਧਿਤ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਾਂ। ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਸਾਵਣ ਦੀ 9ਵੀਂ 1713 ਬਿਕਰਮੀ ਸੰਵਤ ਭਾਵ 14 ਜੁਲਾਈ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ। ਜਦੋਂ ਆਪ ਜੀ ਦਾ ਪ੍ਰਕਾਸ਼ ਹੋਇਆ ਤਾਂ ਉਸ ਸਮੇਂ ਦਿੱਲੀ ਦੇ ਤਖਤ ਉੱਤੇ ਔਰੰਗਜ਼ੇਬ ਦਾ ਰਾਜ ਸੀ, ਜੋ ਲੋਕਾਂ ਨੂੰ ਜਬਰੀ ਕਲਮਾ ਪੜ੍ਹਾ ਕੇ ਮੁਸਲਮਾਨ ਬਣਾ ਰਿਹਾ ਸੀ। ਉਸ ਦੇ ਕਾਰਨ ਕਾਜ਼ੀਆਂ ਮੁੱਲਾਂ ਨੇ ਗੁਰੂ ਘਰ ਦੇ ਖਿਲਾਫ ਵੀ ਭਰੇ। ਉਹਨਾਂ ਨੇ ਔਰੰਗਜ਼ੇਬ ਨੂੰ ਕਿਹਾ ਕਿ ਜੇਕਰ ਗੁਰੂ ਨਾਨਕ ਦੇ ਘਰ ਨੂੰ ਕਲਮਾ ਪੜ੍ਹਾ ਕੇ ਮੁਸਲਮਾਨ ਬਣਾ ਲਿਆ ਜਾਵੇ ਤਾਂ ਇਸਲਾਮ ਧਰਮ ਕਾਫੀ ਪ੍ਰਫੁੱਲਿਤ ਹੋਵੇਗਾ, ਕਿਉਂਕਿ ਉੱਥੇ ਹਿੰਦੂ ਕੀ ਮੁਸਲਮਾਨ ਕੀ ਸਭ ਚਿੱਤ ਕਰਦੇ ਹਨ। ਅਤੇ ਕੰਨਾਂ ਦਾ ਕੱਚਾ ਹੋਣ ਕਰਕੇ ਔਰੰਗਜ਼ੇਬ ਨੇ ਗੁਰੂ ਸਾਹਿਬ ਜੀ ਨੂੰ ਚਿੱਠੀ ਲਿਖੀ ਅਤੇ ਦਿੱਲੀ ਆ ਕੇ ਦਰਸ਼ਨ ਦੇਣ ਲਈ ਕਿਹਾ। ਗੁਰੂ ਸਾਹਿਬ ਜੀ ਚਿੱਠੀ ਪੜ੍ਹ ਕੇ ਕਿਹਾ ਕਿ ਨਾ ਮਲੇਸ਼ ਕੋ ਦਰਸ਼ਨ ਦੇ हैं ਕਿ ਅਸੀਂ ਔਰੰਗਜ਼ੇਬ ਪਾਪੀ ਨੂੰ ਦਰਸ਼ਨ ਨਹੀਂ ਦੇਣੇ, ਕਿਉਂਕਿ ਉਹ ਲੋਕਾਂ ਨੂੰ ਜਬਰੀ ਕਲਮਾ ਪੜ੍ਹਾ ਕੇ ਮੁਸਲਮਾਨ ਬਣਾਉਂਦਾ ਹੈ, ਲੋਕਾਂ 'ਤੇ ਜ਼ੁਲਮ ਕਰਦਾ ਹੈ। ਅਸੀਂ ਉਸ ਨੂੰ ਦਰਸ਼ਨ ਨਹੀਂ ਦੇਣੇ। ਤਾਂ ਗੁਰਸਿੱਖਾਂ ਨੇ ਵਿਚਾਰ ਕੀਤੀ ਅਤੇ ਸਿੱਟਾ ਇਹ ਕੱਢਿਆ ਕਿ ਗੁਰੂ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਰਾਮ ਰਾਏ ਜੀ ਨੂੰ ਦਿੱਲੀ ਔਰੰਗਜ਼ੇਬ ਕੋਲ ਭੇਜਿਆ ਜਾਵੇ। ਤਾਂ ਬਾਬਾ ਰਾਮ ਰਾਏ ਜੀ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਤੋਂ ਬਖਸ਼ਿਸ਼ਾਂ ਲੈ ਕੇ ਦਿੱਲੀ ਉੱਥੇ ਔਰੰਗਜ਼ੇਬ ਕੋਲ ਪਹੁੰਚੇ ਅਤੇ ਉਹਨਾਂ ਨੇ ਔਰੰਗਜ਼ੇਬ ਦੇ ਕਹਿਣ ਉੱਤੇ ਅਨੇਕਾਂ ਹੀ ਕਰਾਮਾਤਾਂ ਕਰਕੇ ਵਿਖਾਈਆਂ। ਸਭ ਤੋਂ ਵੱਡੀ ਕਰਾਮਾਤ ਇਹ ਕਰਕੇ ਦਿਖਾਈ ਗਈ ਕਿ ਉਹਨਾਂ ਨੇ ਪਾਣੀ ਉੱਤੇ ਚੱਲ ਕੇ ਦਿਖਾਇਆ। ਅੱਜ ਕੱਲ੍ਹ ਲੋਕ ਤਰਕ ਖੜੀ ਕਰਦੇ ਹਨ ਕਿ ਪਾਣੀ ਉੱਤੇ ਕਿਵੇਂ ਚੱਲਿਆ ਜਾ ਸਕਦਾ ਹੈ। ਗੁਰਬਾਣੀ ਦਾ ਫਰਮਾਨ ਹੈ, ਅਸ਼ਟ ਸਿੱਧ ਨਵਨਿਧ ਇਹ ਕਰਮ ਪ੍ਰਾਪਤ ਜਿਸ ਨਾਮ ਦੇ, ਕਿ ਜਿਸ ਕੋਲ ਪਰਮਾਤਮਾ ਦਾ ਨਾਮ ਆਉਂਦਾ ਹੈ ਉਸ ਕੋਲ ਕਰਾਮਾਤਾਂ ਆਪਣੇ ਆਪ ਹੀ ਆ ਜਾਂਦੀਆਂ ਹਨ। ਇਹ ਸਭ ਦੇਖ ਕੇ ਔਰੰਗਜ਼ੇਬ ਬਹੁਤ ਹੀ ਖੁਸ਼ ਹੋਇਆ ਅਤੇ ਉਸ ਨੇ ਬਾਬਾ ਰਾਮ ਰਾਏ ਜੀ ਨੂੰ ਅਨੇਕਾਂ ਹੀ ਜਾਗੀਰਾਂ, ਮੋਹਰਾਂ ਅਤੇ ਹੋਰ ਕੁਝ ਦਿੱਤਾ। ਇਹ ਸਭ ਕੁਝ ਦੇਖ ਕੇ ਕਾਜ਼ੀ ਮੁੱਲਾ ਜਰ ਨਾ ਸਕੇ। ਉਹਨਾਂ ਨੇ ਔਰੰਗਜ਼ੇਬ ਦੇ ਕੰਨ ਗੁਰੂ ਘਰ ਦੇ ਖਿਲਾਫ ਭਰੇ ਅਤੇ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਧਾਰਮਿਕ ਗ੍ਰੰਥ ਦੇ ਵਿੱਚ ਇਸਲਾਮ ਜਗਤ ਦੀ ਤੋਹੀਨ ਲਿਖੀ ਹੋਈ ਹੈ। ਉਸ ਵਿੱਚ ਲਿਖਿਆ ਹੈ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੈ ਬੱਪੜੀ ਝੜ ਝੜ ਪਵੇ ਅੰਗਿਆਰ। ਮੁਸਲਮਾਨ ਜਗਤ ਵਿੱਚ ਇਹ ਮੰਨਣਾ ਹੈ ਕਿ ਜੇਕਰ ਮੁਰਦੇ ਨੂੰ ਮਿੱਟੀ ਦੇ ਵਿੱਚ ਦਫਨਾਇਆ ਜਾਵੇ ਤਾਂ ਉਸ ਨੂੰ ਸਵਰਗ ਪ੍ਰਾਪਤ ਹੁੰਦੀ ਹੈ, ਅਤੇ ਜੇਕਰ ਉਸ ਨੂੰ ਜਲਾ ਦਿੱਤਾ ਜਾਵੇ ਤਾਂ ਉਸ ਨੂੰ ਨਰਕ ਪ੍ਰਾਪਤ ਹੁੰਦੀ ਹੈ। ਪਰ ਗੁਰੂ ਸਾਹਿਬ ਜੀ ਨੇ ਇੱਥੇ ਕਿਹਾ ਸੀ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਜੇਕਰ ਕਿਸੇ ਮੁਸਲਮਾਨ ਨੂੰ ਮਿੱਟੀ ਦੇ ਵਿੱਚ ਦਫਨਾ ਦਿੱਤਾ ਜਾਵੇ ਅਤੇ ਉਸ ਦੀ ਮਿੱਟੀ ਘੁਮਿਆਰ ਦੇ ਹੱਥ ਲੱਗ ਜਾਵੇ ਤਾਂ ਉਹ ਘੁਮਿਆਰ ਇਹ ਮਿੱਟੀ ਦੇ ਭਾਂਡੇ ਬਣਾਵੇ ਅਤੇ ਉਸ ਨੂੰ ਪੱਕਣ ਦੇ ਲਈ ਅੱਗ ਦੇ ਵਿੱਚ ਰੱਖ ਦੇਵੇ, ਤਾਂ ਚੀਕਣੀ ਮਿੱਟੀ ਦੇ ਵਿੱਚੋਂ ਜਦੋਂ ਅੱਗ ਵਿੱਚ ਹੁੰਦੀ ਹੈ ਤਾਂ ਪੜ ਪੜ ਦੀ ਆਵਾਜ਼ ਹੁੰਦੀ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਬਸ ਮੈਨੂੰ ਛਡਾ ਲਵੋ। ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਨਰਕ ਸਵਰਗ ਸਿਰਫ ਕਬਰ ਵਿੱਚ ਦੱਬਣ ਜਾਂ ਜਲਾਉਣ ਦਾ ਨਹੀਂ ਹੁੰਦੇ। ਨਰਕ ਸਵਰਗ ਨਾਨਕ ਦਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ। ਜਿਸ ਕਰਤੇ ਅਕਾਲ ਪੁਰਖ ਨੂੰ ਪਤਾ ਹੈ ਕਿ ਕਿਸ ਨੂੰ ਨਰਕ ਵਿੱਚ ਜਾਣਾ ਹੈ ਅਤੇ ਕਿਸ ਨੇ ਸਵਰਗ ਵਿੱਚ ਜਾਣਾ ਹੈ, ਅਤੇ ਕਿਹੜੇ ਕੰਮ ਨਾਲ ਨਰਕ ਮਿਲਦੀ ਹੈ ਅਤੇ ਸਵਰਗ ਮਿਲਦੀ ਹੈ, ਇਹ ਬੰਦਾ ਨਹੀਂ ਤੈਅ ਕਰਦਾ। ਤਾਂ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਜੀ ਦਿੱਤੀਆਂ ਜਾਗੀਰਾਂ ਦੇ ਮੋਹ ਵਿੱਚ ਆਪ ਖੁਦ ਖੁਦਾ ਗੁਰੂ ਹਰਿਰਾਏ ਸਾਹਿਬ ਜੀ ਤੋਂ ਮੂੰਹ ਮੋੜ ਲਿਆ। ਅਤੇ ਗੁਰਸਿੱਖਾਂ ਨੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਕਿਹਾ ਕਿ ਮਹਾਰਾਜ ਰਾਮ ਰਾਏ ਜੀ ਨੇ ਉੱਥੇ ਜਾ ਕੇ ਗੁਰਬਾਣੀ ਦੀ ਬੇਅਦਬੀ ਕੀਤੀ ਹੈ। ਉਹਨਾਂ ਨੇ ਔਰੰਗਜ਼ੇਬ ਨੂੰ ਬਾਣੀ ਗਲਤ ਪੜ੍ਹ ਕੇ ਸੁਣਾਈ ਹੈ। ਉਹਨਾਂ ਨੇ ਮਿੱਟੀ ਮੁਸਲਮਾਨ ਕੀ ਤੋਂ ਮਿੱਟੀ ਬੇਈਮਾਨ ਕੀ ਬਾਣੀ ਪੜ੍ਹ ਕੇ ਸੁਣਾਈ ਅਤੇ ਇਸ ਦੇ ਅਰਥ ਗਲਤ ਦੱਸੇ ਹਨ। ਤਾਂ ਗੁਰੂ ਹਰਿਰਾਏ ਸਾਹਿਬ ਜੀ ਵੀਰ ਰਸ ਵਿੱਚ ਆ ਕੇ ਕਹਿੰਦੇ ਹਨ, ਉਹਨਾਂ ਨੂੰ ਕਹਿ ਦਿਓ ਜਿੱਧਰ ਨੂੰ ਮੂੰਹ ਹੈ ਉੱਧਰ ਨੂੰ ਚਲਾ ਜਾਵੇ, ਕਿਉਂਕਿ ਜਿਹੜਾ ਬੰਦਾ ਵਿਅਕਤੀ ਗੁਰਬਾਣੀ ਦਾ ਸਤਿਕਾਰ ਨਹੀਂ ਕਰਦਾ ਉਹ ਸਾਡਾ ਵੀ ਸਿੱਖ ਨਹੀਂ ਹੈ, ਕਿਉਂਕਿ ਜੋ ਗੁਰਬਾਣੀ ਦਾ ਨਹੀਂ ਸਤਿਕਾਰ ਕਰਦਾ ਉਹ ਗੁਰੂ ਤੋਂ ਬੇਮੁਖ ਹੈ। ਤਾਂ ਸਮਾਂ ਆਇਆ ਕੱਤਕ ਦੀ 9ਵੀਂ 1718 ਬਿਕਰਮੀ ਸੰਵਤ ਭਾਵ 8 ਨਵੰਬਰ 1661 ਈਸਵੀ ਨੂੰ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਜੋ ਕਿ ਉਸ ਸਮੇਂ 5 ਸਾਲ ਦੇ ਸਨ, ਉਹਨਾਂ ਨੂੰ ਗੁਰਤਾ ਗੱਦੀ ਬਖਸ਼ੀ ਗਈ। ਅਤੇ ਜਦੋਂ ਇਹ ਗੱਲ ਰਾਮ ਰਾਏ ਜੀ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਦਿੱਲੀ ਔਰੰਗਜ਼ੇਬ ਕੋਲ ਸ਼ਿਕਾਇਤ ਕੀਤੀ ਕਿ ਗੁਰੂ ਸਾਹਿਬ ਜੀ ਨੇ ਮੇਰਾ ਤਖਤ ਖੋਲ੍ਹਿਆ ਹੈ, ਤਖਤ ਉੱਤੇ ਕੇਵਲ ਮੇਰਾ ਅਧਿਕਾਰ ਸੀ, ਉਹਨਾਂ ਨੇ ਮੇਰੀ ਜਗ੍ਹਾ ਮੇਰੇ 5 ਸਾਲ ਦੇ ਛੋਟੇ ਭਾਈ ਨੂੰ ਤਖਤ ਬਖਸ਼, ਜਿਸ ਨੂੰ ਕੋਈ ਗੱਲ ਕਰਨ ਦੀ ਸੋਝੀ ਨਹੀਂ ਹੈ, ਕਿਉਂਕਿ ਜਗਤ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਕੇਵਲ ਸਿਆਣਾ ਵਿਅਕਤੀ ਹੀ ਤਖਤ ਉੱਤੇ ਬੈਠ ਸਕਦਾ ਹੈ ਅਤੇ ਬੱਚੇ ਕੋਲ ਕੋਈ ਵੀ ਸੋਝੀ ਨਹੀਂ ਹੁੰਦੀ ਅਤੇ ਉਸ ਨੂੰ ਗੱਲਬਾਤ ਕਰਨ ਦੀ ਕੋਈ ਵੀ ਸੋਝੀ ਨਹੀਂ ਹੁੰਦੀ। ਤਾਂ ਇਹ ਸਭ ਕੁਝ ਉਹਨਾਂ ਨੇ ਔਰੰਗਜ਼ੇਬ ਨੂੰ ਦਿੱਲੀ ਦੱਸਿਆ। ਔਰੰਗਜ਼ੇਬ ਨੇ ਸੋਚਿਆ ਕਿ ਜੇਕਰ ਤਖਤ ਮਿਲਣਾ ਚਾਹੀਦਾ ਹੈ ਤਾਂ ਮੇਰੇ ਨਾਲ ਸਹਿਮਤੀ ਰੱਖਣ ਵਾਲੇ ਰਾਮ ਰਾਏ ਜੀ ਨੂੰ ਮਿਲਣਾ ਚਾਹੀਦਾ ਹੈ। ਅਤੇ ਉਹਨਾਂ ਨੇ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਆ ਕੇ ਮਿਲਣ ਲਈ ਕਿਹਾ ਅਤੇ ਉਹਨਾਂ ਨੇ ਸੋਚਿਆ ਕਿ ਜੇਕਰ ਛੋਟਾ ਭਰਾ ਲਾਲਚ ਪਿਆਰ ਨਾਲ ਨਹੀਂ ਮੰਨਿਆ ਤਾਂ ਦੋਨਾਂ ਨੂੰ ਆਪਸ ਵਿੱਚ ਲੜਾ ਦੇਵਾਂਗੇ, ਤਾਂ ਇਸ ਨਾਲ ਵੀ ਇਸਲਾਮ ਜਗਤ ਵਿੱਚ ਕਾਫੀ ਪ੍ਰਫੁੱਲਿਤ ਹੋਵੇਗਾ। ਅਤੇ ਰਾਮ ਰਾਏ ਜੀ ਨੇ ਸੋਚਿਆ ਹੋਇਆ ਸੀ ਕਿ ਜੇਕਰ
ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਆ ਕੇ ਬਾਦਸ਼ਾਹ ਔਰੰਗਜ਼ੇਬ ਨੂੰ ਦਰਸ਼ਨ ਦਿੰਦੇ ਹਨ ਤਾਂ ਇਹ ਕੰਮ ਗੁਰੂ ਤੋਂ ਬੇਮੁਖ ਹੋਵੇ, ਕਿਉਂਕਿ ਗੁਰੂ ਹਰਿਰਾਏ ਸਾਹਿਬ ਜੀ ਨੇ ਕਿਹਾ ਸੀ ਨਾ ਮਲੇਸ਼ ਕੋ ਦਰਸ਼ਨ ਦੇ ਹੈ, ਕਿ ਅਸੀਂ ਮਲੇਸ਼ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ। ਇਹ ਪਾਪ ਕਮਾਉਂਦਾ ਹੈ, ਇਹ ਲੋਕਾਂ ਨੂੰ ਕਲਮਾ ਪੜ੍ਹਾ ਕੇ ਜਬਰੀ ਮੁਸਲਮਾਨ ਬਣਾਉਂਦਾ ਹੈ, ਇਸ ਨੂੰ ਅਸੀਂ ਦਰਸ਼ਨ ਨਹੀਂ ਦੇਣੇ। ਜੇਕਰ ਉਹਨਾਂ ਨੇ ਦਿੱਲੀ ਆ ਕੇ ਦਰਸ਼ਨ ਦਿੱਤੇ ਤਾਂ ਮੈਂ ਸੰਗਤ ਨੂੰ ਕਹਿ ਦੇਵਾਂਗਾ ਕਿ ਇਹ ਗੁਰੂ ਤੋਂ ਬੇਮੁਖ ਹੋਵੇ ਗਏ ਹਨ, ਇਹਨਾਂ ਨੇ ਗੁਰੂ ਸਾਹਿਬ ਜੀ ਦੇ ਬਚਨ ਦੀ ਬੇਅਦਬੀ ਕੀਤੀ ਹੈ, ਤਾਂ ਸੰਗਤ ਮੇਰੇ ਪੱਖ ਵਿੱਚ ਹੋਵੇ ਜਾਵੇਗੀ। ਅਤੇ ਜੇਕਰ ਉਹ ਦਿੱਲੀ ਆ ਕੇ ਦਰਸ਼ਨ ਨਹੀਂ ਦਿੰਦੇ ਤਾਂ ਮੈਂ ਔਰੰਗਜ਼ੇਬ ਨੂੰ ਕਹਾਂਗਾ ਕਿ ਇਹ ਬਾਗੀ ਹੋ ਗਏ ਹਨ, ਇਹਨਾਂ ਨੂੰ ਸਜ਼ਾ ਦਿੱਤੀ ਜਾਵੇ। ਤਾਂ ਇਹ ਸਭ ਕੁਝ ਰਾਮ ਰਾਏ ਜੀ ਨੇ ਸੋਚਿਆ ਹੋਇਆ ਸੀ। ਤਾਂ ਔਰੰਗਜ਼ੇਬ ਨੂੰ ਪਤਾ ਵੀ ਸੀ ਕਿ ਗੁਰੂ ਸਾਹਿਬ ਜੀ ਨੇ ਮੇਰੇ ਕਹੇ ਆ ਕੇ ਦਿੱਲੀ ਦਰਸ਼ਨ ਨਹੀਂ ਦੇਣੇ, ਤਾਂ ਉਹਨਾਂ ਨੇ ਗੁਰੂ ਘਰ ਦੇ ਸਿੱਖ ਰਾਜਾ ਜੈ ਸਿੰਘ ਜੀ ਨੂੰ ਗੁਰੂ ਸਾਹਿਬ ਜੀ ਨੂੰ ਦਿੱਲੀ ਆ ਕੇ ਦਰਸ਼ਨ ਦੇਣ ਲਈ ਕਿਹਾ। ਸੰਗਤ ਨੇ ਵੀ ਅਪੀਲ ਕੀਤੀ ਕਿ ਮਹਾਰਾਜ ਰਾਮ ਰਾਏ ਜੀ ਵੀ ਸੰਗਤ ਨੂੰ ਗੁਰੂ ਘਰ ਨਾਲ ਤੋੜ ਕੇ ਆਪਣੇ ਨਾਲ ਜੋੜ ਰਹੇ ਹਨ, ਕਿਰਪਾ ਕਰੋ ਤੁਸੀਂ ਦਿੱਲੀ ਆ ਕੇ ਦਰਸ਼ਨ ਦੇਵੋ। ਤਾਂ ਹਰਕ੍ਰਿਸ਼ਨ ਸਾਹਿਬ ਜੀ ਨੇ ਕਿਹਾ ਕਿ ਠੀਕ ਹੈ, ਅਸੀਂ ਦਿੱਲੀ ਜਾ ਕੇ ਦਰਸ਼ਨ ਜ਼ਰੂਰ ਦੇਵਾਂਗੇ, ਪਰ ਅਸੀਂ ਉਸ ਮਲੇਸ਼ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ। ਗੁਰੂ ਸਾਹਿਬ ਜੀ ਅਤੇ ਸੰਗਤਾਂ ਵੀ ਦਿੱਲੀ ਵੱਲ ਨੂੰ ਰਵਾਨਾ ਹੋ ਗਏ। ਗੁਰੂ ਸਾਹਿਬ ਜੀ ਅਤੇ ਸੰਗਤਾਂ ਨੇ ਅੰਬਾਲੇ ਦੇ ਨੇੜੇ ਇੱਕ ਪਿੰਡ ਵਿੱਚ ਰਾਤ ਕੱਟੀ। ਉੱਥੇ ਗੁਰੂ ਸਾਹਿਬ ਜੀ ਨੂੰ ਇੱਕ ਬਹੁਤ ਹੀ ਹੰਕਾਰੀ ਬ੍ਰਾਹਮਣ ਲਾਲ ਚੰਦ ਮਿਲਿਆ, ਜਿਸ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਤੁਸੀਂ ਤਾਂ ਕ੍ਰਿਸ਼ਨ ਮਹਾਰਾਜ ਜੀ ਨਾਲੋਂ ਵੱਡਾ ਵੀ ਨਾਮ ਚੱਕੀ ਫਿਰਦੇ ਹੋ, ਤੁਸੀਂ ਆਪਣੇ ਨਾਮ ਦੇ ਅੱਗੇ ਹਰ ਲਗਾਇਆ ਹੋਇਆ ਹੈ। ਕ੍ਰਿਸ਼ਨ ਜੀ ਨੇ ਤਾਂ ਇੱਕ ਗੀਤਾ ਉਚਾਰੀ ਸੀ, ਤੁਸੀਂ ਕੇਵਲ ਗੀਤਾ ਦੇ ਅਰਥ ਕਰਕੇ ਸੁਣਾ ਦੇਵੋ। ਤਾਂ ਗੁਰੂ ਸਾਹਿਬ ਜੀ ਨੇ ਕਿਹਾ ਜੇਕਰ ਮੈਂ ਗੀਤਾ ਦੇ ਅਰਥ ਕਰਕੇ ਸੁਣਾ ਦਿੱਤੇ ਤਾਂ ਤੁਸੀਂ ਕਹਿਣਾ ਹੈ ਗੁਰੂ ਸਾਹਿਬ ਜੀ ਨੇ ਇੱਕ ਬਹੁਤ ਹੀ ਵਧੀਆ ਵਿਦਵਾਨ ਰੱਖ ਕੇ ਗੀਤਾ ਦੇ ਅਰਥ ਪੜ੍ਹ ਲਏ ਹੋਣਗੇ ਅਤੇ ਯਾਦ ਕਰ ਲਏ ਹੋਣਗੇ, ਤਾਂ ਤੁਸੀਂ ਇਸ ਨਗਰ ਦੇ ਵਿੱਚੋਂ ਕੋਈ ਵੀ ਬੰਦਾ ਲੈ ਆਵੋ ਅਤੇ ਉਹ ਤੁਹਾਨੂੰ ਗੀਤਾ ਦੇ ਅਰਥ ਕਰਕੇ ਸੁਣਾ ਦੇਵੇਗਾ। ਤਾਂ ਬ੍ਰਾਹਮਣ ਲਾਲ ਚੰਦ ਨਗਰ ਵਿੱਚ ਜਾਂਦਾ ਹੈ ਅਤੇ ਉਸ ਨੂੰ ਉੱਥੇ ਇੱਕ ਛੱਜੂ ਝੂਰ ਮਿਲਦਾ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਜੋ ਕਿ ਗਲੇ ਵਿੱਚ ਬੋਲ ਨਹੀਂ ਸਕਦਾ ਸੀ ਅਤੇ ਕੰਨਾਂ ਤੋਂ ਸੁਣ ਨਹੀਂ ਸਕਦਾ ਸੀ। ਤਾਂ ਬ੍ਰਾਹਮਣ ਹੰਕਾਰ ਵਿੱਚ ਕਹਿੰਦਾ ਗੁਰੂ ਸਾਹਿਬ ਜੀ ਦੇਖਦਾ ਹਾਂ ਇਸ ਉੱਤੋਂ ਕਿਵੇਂ ਅਰਥ ਕਰਵਾਉਂਦੇ ਹਨ। ਤਾਂ ਉਹ ਗੁਰੂ ਸਾਹਿਬ ਜੀ ਕੋਲ ਲੈ ਗਿਆ ਅਤੇ ਗੁਰੂ ਸਾਹਿਬ ਜੀ ਕੋਲ ਇੱਕ ਛੋਟੀ ਜਿਹੀ ਛੜੀ ਸੀ। ਗੁਰੂ ਸਾਹਿਬ ਜੀ ਨੇ ਉਹ ਛੜੀ ਉਸ ਦੇ ਮਸਤਕ ਉੱਤੇ ਰੱਖੀ ਅਤੇ ਬ੍ਰਾਹਮਣ ਜੀ ਨੂੰ ਕਿਹਾ ਕਿ ਬ੍ਰਾਹਮਣ ਜੀ ਜੋ ਵੀ ਤੁਸੀਂ ਪੁੱਛਣਾ ਹੈ ਉਸ ਤੋਂ ਪੁੱਛ ਲਵੋ। ਤਾਂ ਬ੍ਰਾਹਮਣ ਨੇ ਜੋ ਇਸ ਤਰ੍ਹਾਂ ਪੁੱਛਿਆ ਅਤੇ ਛੱਜੂ ਝੂਰ ਨੇ ਉਸੇ ਤਰ੍ਹਾਂ ਹੀ ਅਰਥ ਸੁਣਾਏ। ਇਹ ਸਭ ਕੁਝ ਦੇਖ ਕੇ ਬ੍ਰਾਹਮਣ ਹੈਰਾਨ ਰਹਿ ਗਿਆ ਅਤੇ ਉਸ ਨੇ ਗੁਰੂ ਸਾਹਿਬ ਜੀ ਤੋਂ ਮਾਫੀ ਮੰਗੀ ਅਤੇ ਗੁਰਬਾਣੀ ਦਾ ਫਰਮਾਨ ਹੈ ਗੁਰੂ ਚਰਣੀ ਜਾ ਕਾ ਮਨ ਲਾਗੈ, ਦੁੱਖ ਦਰਦ ਭਰਮ ਤਾਂ ਕਾ ਭਾਗੈ, ਕਿ ਜਿਹੜਾ ਗੁਰੂ ਦੇ ਚਰਨਾਂ ਵਿੱਚ ਲੱਗ ਜਾਂਦਾ ਹੈ ਉਸ ਦੇ ਦੁੱਖ ਦੂਰ ਹੋ ਜਾਂਦੇ ਹਨ। ਇਹ ਸਭ ਕੁਝ ਦੇਖ ਕੇ ਬ੍ਰਾਹਮਣ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਡਿੱਗ ਕੇ ਸਿੱਖ ਬਣ ਗਿਆ। ਗੁਰੂ ਸਾਹਿਬ ਜੀ ਦਿੱਲੀ ਪਹੁੰਚ ਕੇ ਰਾਜਾ ਜੈ ਸਿੰਘ ਜੀ ਦੇ ਬੰਗਲੇ ਵਿੱਚ ਠਹਿਰੇ ਤੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਸੁਸ਼ੋਭਿਤ ਹੈ ਅਤੇ ਸੰਗਤਾਂ ਨੂੰ ਉੱਥੇ ਹੀ ਦਰਸ਼ਨ ਦਿੱਤਾ ਦਿੱਤੇ। ਗੁਰੂ ਸਾਹਿਬ ਜੀ ਨੂੰ ਰਾਜਾ ਜੈ ਸਿੰਘ ਜੀ ਦੇ ਬੰਗਲੇ ਵਿੱਚ ਔਰੰਗਜ਼ੇਬ ਦਾ ਸ਼ਹਿਜ਼ਾਦਾ ਮਿਲਣ ਵਾਸਤੇ ਆਇਆ ਅਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ। ਸ਼ਹਿਜ਼ਾਦੇ ਨੇ ਕਿਹਾ ਕਿ ਮਹਾਰਾਜ ਆਪ ਜੀ ਦੇ ਵੱਡੇ ਭਰਾ ਤਾਂ ਕਹਿੰਦੇ ਹਨ ਕਿ ਤਖਤ ਉੱਤੇ ਮੇਰਾ ਹੱਕ ਹੈ। ਤਾਂ ਗੁਰੂ ਸਾਹਿਬ ਜੀ ਨੇ ਕਿਹਾ ਤਖਤ ਉੱਤੇ ਕਿਸੇ ਦਾ ਜੱਦੀ ਹੱਕ ਨਹੀਂ ਹੈ, ਇਹ ਕੇਵਲ ਗੁਰੂ ਨਾਨਕ ਦੇ ਘਰ ਵਿੱਚ ਸੇਵਾ ਕਰਨ ਵਾਲੇ ਨੂੰ ਹੀ ਮਿਲਦਾ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਸੇਵਕਾਂ ਨੂੰ ਹੀ ਤਖਤ ਦਿੱਤਾ ਹੈ, ਆਪਣੇ ਸੇਵਕ ਗੁਰੂ ਅੰਗਦ ਦੇਵ ਜੀ ਨੂੰ ਹੀ ਤਖਤ ਦਿੱਤਾ ਸੀ। ਇਹ ਕੇਵਲ ਗੁਰੂ ਨਾਨਕ ਦੇ ਘਰ ਵਿੱਚ ਸੇਵਾ ਕਰਨ ਵਾਲੇ ਨੂੰ ਹੀ ਮਿਲਦਾ ਹੈ। ਇਹ ਸਭ ਕੁਝ ਜਾ ਕੇ ਸ਼ਹਿਜ਼ਾਦੇ ਨੇ ਔਰੰਗਜ਼ੇਬ ਨੂੰ ਦੱਸਿਆ ਅਤੇ ਔਰੰਗਜ਼ੇਬ ਨੇ ਸੋਚਿਆ ਕਿ ਬਿਲਕੁਲ ਗੁਰੂ ਸਾਹਿਬ ਜੀ ਸਹੀ ਕਹਿ ਰਹੇ ਹਨ ਅਤੇ ਬਾਬਾ ਰਾਮ ਰਾਏ ਜੀ ਝੂਠ ਬੋਲ ਰਹੇ ਹਨ। ਤਾਂ ਉਹਨਾਂ ਨੇ ਗੁਰੂ ਸਾਹਿਬ ਦੀ ਪਰਖ ਕਰਨ ਲਈ ਰਾਜਾ ਜੈ ਸਿੰਘ ਜੀ ਨੂੰ ਕਿਹਾ। ਰਾਜਾ ਜੈ ਸਿੰਘ ਜੀ ਨੇ ਵੀ ਘੜਤ ਘੜੀ ਕਿ ਗੁਰੂ ਸਾਹਿਬ ਜੀ ਨੂੰ ਆਪਣੇ ਮਹਿਲ ਵਿੱਚ ਆਉਣ ਲਈ ਕਿਹਾ। ਤਾਂ ਉਹਨਾਂ ਦੀਆਂ ਰਾਣੀਆਂ ਤੇ ਪਟਰਾਣੀਆਂ ਸਭ ਗੋਲੀਆਂ ਇੱਕੋ ਜਿਹੇ ਵਸਤਰ ਪਹਿਨ ਕੇ ਬੈਠੀਆਂ ਸਨ। ਤਾਂ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਇਹਨਾਂ ਵਿੱਚੋਂ ਮੇਰੀ ਪਟਰਾਣੀ ਨੂੰ ਪਹਿਚਾਣ। ਤਾਂ ਗੁਰੂ ਸਾਹਿਬ ਜੀ ਨੇ ਹਰ ਇੱਕ ਦੇ ਮਸਤਕ ਉੱਤੇ ਛੜੀ ਰੱਖ ਕੇ ਕਿਹਾ ਕਿ ਇਹ ਵੀ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ, ਅਤੇ ਇੱਕ ਦੇ ਸਿਰ ਉੱਤੇ ਛੜੀ ਰੱਖ ਕੇ ਕਿਹਾ ਕਿ ਰਾਜਾ ਇਹ ਤੇਰੀ ਪਟਰਾਣੀ ਹੈ। ਤਾਂ ਰਾਜਾ ਜੈ ਸਿੰਘ ਜੀ ਨੇ ਗੁਰੂ ਸਾਹਿਬ ਜੀ ਤੋਂ ਮਾਫੀ ਮੰਗੀ ਅਤੇ ਉਪਦੇਸ਼ ਗ੍ਰਹਿਣ ਕੀਤਾ। ਤਾਂ ਗੁਰੂ ਸਾਹਿਬ ਜੀ ਨੇ ਕਿਹਾ ਗੁਰੂ ਦੀ ਕਦੇ ਪਰਖ ਨਹੀਂ ਕਰਨੀ ਚਾਹੀਦੀ, ਉਸ ਤੋਂ ਕੇਵਲ ਉਪਦੇਸ਼ ਲੈ ਕੇ ਉਸ ਉੱਤੇ ਅਮਲ ਕਰਨਾ ਚਾਹੀਦਾ ਹੈ। ਸਮਾਂ ਬੀਤਦਾ ਗਿਆ, ਦਿੱਲੀ ਦੇ ਵਿੱਚ ਚੇਚਕ ਰੋਗ ਫੈਲ ਗਿਆ। ਇਸ ਰੋਗ ਨਾਲ ਅਨੇਕਾਂ ਹੀ ਲੋਕ ਮਰਨ ਲੱਗੇ ਅਤੇ ਕੁਝ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦੇ ਹਜ਼ੂਰੀ ਸੇਵਾਦਾਰ ਉਹਨਾਂ ਨੂੰ ਗੁਰੂ ਸਾਹਿਬ ਜੀ ਦਾ ਚੜ੍ਹਨਾ ਅੰਮ੍ਰਿਤ ਪਿਲਾਉਂਦੇ। ਤਾਂ ਕੁਝ ਰੋਗੀ ਠੀਕ ਹੋ ਕੇ ਘਰ ਵਾਪਸ ਮੁੜਦੇ ਅਤੇ ਕੁਝ ਸਮਾਂ ਬੀਤਦਾ ਗਿਆ। ਗੁਰੂ ਸਾਹਿਬ ਜੀ ਨੂੰ ਵੀ ਇਹ ਬਿਮਾਰੀ ਲੱਗ ਗਈ। ਤਾਂ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਆਪਣੀ ਇਸ ਬਿਮਾਰੀ ਦਾ ਨਿਵਾਰਾ ਕਰੋ। ਤਾਂ ਗੁਰੂ ਸਾਹਿਬ ਜੀ ਨੇ ਮਨਾ ਕਰ ਦਿੱਤਾ ਅਤੇ ਕਿਹਾ ਕਿ ਗੁਰੂ ਮਹਾਰਾਜ ਦਾ ਜਿੰਨਾ ਹੁਕਮ ਹੈ ਅਸੀਂ ਆਪਣੇ ਇਸ ਜਾਮੇ ਦੇ ਵਿੱਚ ਉਨੀ ਸੇਵਾ ਸੰਭਾਲੀ ਹੈ ਅਤੇ ਅਸੀਂ ਆਪਣੀ ਅਗਲੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਵਿੱਚ ਬਾਬਾ ਬਕਾਲਾ ਵਿਖੇ ਟਿਕਾ ਦਿੱਤੀ ਹੈ। ਗੁਰੂ ਸਾਹਿਬ ਜੀ ਨੇ ਆਪਣਾ ਆਸਣ ਉੱਥੋਂ ਚੁਕਾ ਕੇ ਬੇਈ ਨਦੀ ਦੇ ਕੰਢੇ ਉੱਤੇ ਟਿਕਾ ਲਿੱਤਾ ਅਤੇ ਆਪ ਜੀ ਚੇਤਕ ਸੁਦੀ 1721 ਭਾਵ 16 ਅਪ੍ਰੈਲ 1664 ਈਸਵੀ ਨੂੰ ਪੰਜ ਭੂਤਕ ਸਰੀਰ ਤੋਂ ਤਿਆਗ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਨਿਵਾਜੇ ਅਤੇ ਆਪ ਜੀ ਨੇ ਸੰਗਤਾਂ ਨੂੰ ਭਾਣਾ ਮੰਨਣ ਦਾ ਉਪਦੇਸ਼ ਦਿੱਤਾ ਅਤੇ ਸੰਗਤਾਂ ਨੂੰ ਕਿਹਾ ਕਿ ਬਾਬਾ ਵਸੇ ਬਕਾਲੇ ਅਤੇ ਆਪ ਜੀ ਨੇ 7 ਸਾਲ 8 ਮਹੀਨੇ ਆਪਣਾ ਜੀਵਨ ਕਾਲ
ਗੁਜ਼ਾਰਿਆ ਅਤੇ 2 ਸਾਲ 5 ਮਹੀਨੇ ਆਪ ਜੀ ਨੇ ਗੁਰਤਾ ਗੱਦੀ ਦੀ ਸੇਵਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਪ ਜੀ ਉਸ ਦੇ ਵਿੱਚ ਲਿਖਦੇ ਹਨ, ਸ਼੍ਰੀ ਹਰਿਕ੍ਰਿਸ਼ਨ ਧਿਆਈਐ ਤੇ ਡਿਠੇ ਸਭ ਦੁੱਖ ਜਾਏ, ਕਿ ਜਿਹੜਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਧਿਆਉਂਦਾ ਹੈ ਉਸ ਦੇ ਦੁੱਖ ਦੂਰ ਹੋ ਜਾਂਦੇ ਹਨ। ਭੁੱਲਾ ਚੁੱਕਾ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।